भाई साहब ਜਿਹੜੀ ਮੈਂ 300 रुपया ਖਾਂਦੀ ਏ ਰੋਜ਼ਾਨਾ ਦਾ ਜੀ ਜੀ ਉਹ ਆਪਣੇ ਮਾਲਕ ਨੂੰ ਕੀ ਦੇਈ ਜਾਂਦੀ ਹੈ ਜਿਹੜੀ ਮੋਜ ਦੁੱਧ 10 ਕਿਲੋ ਦੇ ਰਹੀ ਹੈ ਉਹਦੇ 10,000 ਰੁਪਏ ਦੁੱਧ ਹੋ ਰਿਹਾ 300 रुपया ਕੱਢ ਕੇ ਉਹ 700 बचत हो रही है। बिस्मिल्लाहिर्रहमानिर्रहीम। अस्सलाम वालेकुम नाज़रीन इकराम, फराज अब्बास की जानब से खुश आमदीद। आज आपकी मुलाकात करवाई जा रही है 20 साल से कामयाबी के साथ भैंसों का कारोबार करने वाले हाजी मोहम्मद रमज़ान साहब से। तो आज की इस वीडियो में उनकी कामयाबी के राज जानेंगे, उनसे मालूम करेंगे कि इस कारोबार में कौन से लोग कामयाब हो सकते हैं और कामयाबी हासिल करने का क्या तरीक़ेकार है। भैंसों के कारोबार के मतलब ये वीडियो बहुत कीमती और अहम है। हाजी साहब के मुताबिक जो भैंस 300 खर्चा करवाती है वो अपने मालिक को रोजाना का 700 मुनाफा दे जाती है। तो वीडियो को मुकम्मल लाजमी देखें, वीडियो को लाइक करें, शेयर करें, कमेंट करें और चैनल को सब्सक्राइब कर लें। तो चलिए स्टार्ट करते हैं आज का अपना ये इंटरव्यू। अस्सलाम वालेकुम। वालेकुम सलाम। भाई साहब की हाल है? अल्हम्दुलिल्लाह जी, अल्लाह शुक्र है। सब तो पहले अपना ते अपने इलाके का तारफ करवा दो। मेरा नाम जनाब मोहम्मद रमज़ान है ਤੇ ਕੁੱਲੂਆ ਰੋਡ ਤੇ ਗੁਰੋਵਾਲੀ ਕਸਬਾ ਵੇ, ਇੱਥੇ ਸਾਡੀ ਰਿਹਾਇਸ਼ ਹੈ। ਕਿੰਨੇ ਸਾਲ ਤੋਂ ਜਾਨਵਰਾਂ ਦਾ ਕੰਮ ਕਰਦੇ ਹੋ? ਤਕਰੀਬਨ ਜਨਾਬ 20 ਸਾਲ ਹੋ ਗਏ ਨੇ। 20 ਸਾਲ ਦਾ ਤੁਹਾਡਾ ਤਜਰਬਾ कैसा रहा है, ਕੰਮ कैसा है? ਅਲਹਮਦੁਲਿਲਾ ਬਿਹਤਰੀਨ ਰਿਹਾ ਔਰ ਕਾਮਯਾਬ ਰਿਹਾ। ਮਾਸ਼ਾਅੱਲਾ। ਅਸੀਂ ਬੁਰੇਵਾਲ ਤੋਂ ਮਾਲ ਲਿਆ ਕੇ ਇੱਥੇ ਸੇਲ ਕਰ ਰਹੇ ਹਾਂ ਔਰ ਸਾਡਾ ਮਾਲ ਅਲਹਮਦੁਲਿਲਾ ਅੱਛਾ ਖਾਸਾ ਸੇਲ ਹੋ ਰਿਹਾ। ਮਾਸ਼ਾਅੱਲਾ, ਯਾਨੀ ਕਿ ਨਾਲ ਤੁਸੀਂ ਜਾਨਵਰ ਸੇਲ ਵੀ ਕਰਦੇ ਹੋ, ਆਪਣੇ ਫਾਰਮ ਤੇ ਵੀ ਰੱਖੇ ਨੇ, ਦੁੱਧ ਵੀ ਸੇਲ ਕਰਦੇ ਹੋ? ਜੀ ਜੀ ਇਨਸ਼ਾਅੱਲਾ। ਮਾਸ਼ਾਅੱਲਾ। ਅਗਰ ਕੋਈ ਬੰਦਾ ਦੁੱਧ ਵਾਸਤੇ ਆ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ, ਕਿਹੜੇ ਬੰਦੇ ਆ ਕੰਮ ਵਿੱਚ ਕਾਮਯਾਬ ਨੇ ਤੇ ਕਿਹੜੇ ਬੰਦੇ ਨਾਕਾਮ ਨੇ? ਜਿਹੜੇ ਬੰਦੇ ਅੱਛੀ ਦੇਖਭਾਲ ਕਰਨ ਦੇ, ਅੱਛੀ ਖੁਰਾਕ ਦੇਣਗੇ, ਉਹ ਬੰਦੇ ਇਨਸ਼ਾਅੱਲਾ ਕਾਮਯਾਬ ਨੇ। ਜਿਹੜੇ ਬੰਦੇ ਅੱਛੀ ਕੇਅਰ ਨਹੀਂ ਕਰਨ ਦੇ ਉਹ ਕਾਮਯਾਬ ਨਹੀਂ ਹੋਣਗੇ। ਅੱਛਾ, ਯਾਨੀ ਦੇਖਭਾਲ ਅੱਛੀ ਕਰਨ, ਜਾਨਵਰਾਂ ਦੀ ਕੇਅਰ ਕਰਨ, ਬਿਲਕੁਲ, ਫਿਰ ਕਾਮਯਾਬ ਨੇ। ਜਾਨਵਰ ਅੱਛੀ ਕੁਆਲਿਟੀ ਦੇ ਹੋਣ। ਕੁਝ ਲੋਕ ਹੁੰਦੇ ਨੇ ਉਹਨਾਂ ਦੀ ਜ਼ਮੀਨ ਆਪਣੀ ਨਹੀਂ ਹੁੰਦੀ, ਫਿਰ ਵੀ ਉਹਨਾਂ ਦੀ ਖਵਾਇਸ਼ ਹੁੰਦੀ ਕਿ ਇਹ ਕੰਮ ਸ਼ੁਰੂ ਕਰੀਏ। ਆਇਆ ਕਿ ਉਹ ਲੋਕ ਇਹ ਕੰਮ ਸ਼ੁਰੂ ਕਰ ਸਕਦੇ ਨੇ? ਹਾਂ ਹਾਂ ਬਿਲਕੁਲ ਕਰ ਸਕਦੇ ਨੇ। ਕੰਮ ਬਹੁਤ ਅੱਛਾ ਹੈ, ਬਿਹਤਰੀਨ ਕੰਮ ਹੈ। ਤੇ ਇਸ ਟਾਈਮ ਤੁਹਾਡੇ ਕੋਲ ਕਿੰਨੇ ਜਾਨਵਰ ਨੇ? ਇਸ ਟਾਈਮ ਸਾਡੇ ਕੋਲ ਤਕਰੀਬਨ 18 ਜਾਨਵਰ ਨੇ। ਇਹ ਮਾਸ਼ਾਅੱਲਾ ਮੱਝਾਂ ਨੇ ਕਿ ਗਾਵਾਂ ਵੀ ਨੇ? 15 ਮੱਝਾਂ ਨੇ ਤੇ 3 ਗਾਵਾਂ। ਕੁਝ ਲੋਕ ਸਿਰਫ ਮੱਝਾਂ ਜਾਂ ਗਾਵਾਂ ਰੱਖਦੇ ਨੇ, ਜ਼ਿਆਦਾ ਫਾਇਦਾ ਮੱਝਾਂ ਦਿੰਦੀਆਂ ਨੇ ਜਾਂ ਗਾਵਾਂ? ਜ਼ਿਆਦਾ ਫਾਇਦਾ ਗਾਵਾਂ ਦਿੰਦੀਆਂ ਨੇ, ਦੁੱਧ ਜ਼ਿਆਦਾ ਗਾਈਆਂ ਦਿੰਦੀਆਂ ਨੇ। ਮੱਝਾਂ ਵੀ ਅੱਛੀ ਨਸਲ ਦੀਆਂ ਹੋਣ ਤੇ ਅੱਛਾ ਫਾਇਦਾ ਹੁੰਦਾ ਉਹਨਾਂ 'ਚ ਵੀ। ਇਹ ਮੱਝਾਂ ਦੀ ਅੱਛੀ ਨਸਲ ਕਿਹੜੀ ਹੈ ਜਿਹੜੀ ਸਭ ਤੋਂ ਜ਼ਿਆਦਾ ਦੁੱਧ ਦਿੰਦੀ ਹੋਏ? ਜਿਹੜੀ ਅੱਛੀ ਨਸਲ ਤੇ ਨੀਲੀ ਦੀ ਹੈ, ਉਹਦਾ ਰਿਜ਼ਲਟ ਕਾਫੀ ਅੱਛਾ ਹੁੰਦਾ ਹੈ, ਦੁੱਧ ਅੱਛਾ ਦਿੰਦੀਆਂ ਨੇ। ਤੇ ਗਾਵਾਂ ਦੀ ਅੱਛੀ ਨਸਲ ਕਿਹੜੀ ਹੈ? ਗਾਵਾਂ ਦੀ ਅੱਛੀ ਨਸਲ ਮੁਖਤਲਿਫ ਕਿਸਮਾਂ ਦੀਆਂ ਨੇ। ਜਰਸੀ ਗਾਂ ਵੀ ਅੱਛਾ ਦੁੱਧ ਦਿੰਦੀ ਹੈ, ਫਰੀਦੀਆਂ ਨੇ ਵੀ ਗਾਈਆਂ ਅੱਛਾ ਦੁੱਧ ਦਿੰਦੀ ਹੈ। ਅੱਛਾ, ਇਹ ਸਭ ਤੁਸੀਂ ਜ਼ਿਕਰ ਕੀਤਾ ਹੈ ਨੀਲੀ ਦਾ। ਇਸ ਤੋਂ ਪਹਿਲੇ ਵੀ ਕਾਫੀ ਵੀਡੀਓ ਬਣਾਈਆਂ ਨੇ, ਲੋਕ ਕਹਿੰਦੇ ਨੇ ਸਾਡੇ ਕੋਲ ਨੀਲੀ ਦੀਆਂ ਮੱਝਾਂ ਨੇ। ਨੀਲੀ ਦੀ ਮੈਂ ਦੀ ਕੀ ਪਹਿਚਾਣ ਜਾਂ ਕੀ ਖੂਬੀ ਹੈ, ਆਮ ਬੰਦੇ ਨੂੰ ਕਿੰਜ ਪਤਾ ਚੱਲੇਗਾ? ਜਿਹੜਾ ਬੰਦਾ ਤੇ ਮੱਝਾਂ ਰੱਖਦਾ ਉਹਨੂੰ ਤੇ ਪਤਾ ਚੱਲੇਗਾ ਹੈ ਕਿ ਇਹਦੀ ਕੀ ਪਹਿਚਾਣ ਹੈ। ਜਿਹਨੇ ਰੱਖੀ ਨੇ ਕਦੀ ਜਾਂ ਲਈ ਨਹੀਂ, ਉਹਨੂੰ ਉਹਦੇ ਮਤਲਬ ਕੀ ਸਮਝ ਆ ਸਕਦੀ ਹੈ। ਉਹਦੀ ਕੋਈ ਜਿਸਾਮਤ ਦੇ ਮੁਤਲਕ ਦੱਸੋ ਨਾ ਕਿ ਉਹਦਾ ਜਿਹੜਾ ਸ਼ਕਲੋ ਸੂਰਤ ਹੈ ਕਿਸ ਕਿਸਮ ਦੀ ਹੋਏਗੀ ਤੇ ਉਹ ਮੈਂ ਜਿਹੜੀ ਉਹ ਨੀਲੀ ਦੀ ਹੋਏਗੀ। ਸ਼ਕਲੋ ਸੂਰਤ ਉਹਦੀ ਸੋਹਣੀ ਹੋਵੇਗੀ, ਕੁੰਡੀ ਹੋਵੇਗੀ, ਮੱਝ ਦੀ ਲਾਮਸ਼ਮ ਚੰਗੀ ਹੋਵੇਗੀ ਹੈ, ਮੱਝ ਦਾ ਰੰਗ ਚੰਗਾ ਹੋਵੇਗਾ, ਕਾਲਾ ਪੂਰਾ ਹੋਵੇਗਾ ਔਰ ਮੱਝ ਅੱਛੀ ਯਾਨੀ ਕਿ ਇਨਸ਼ਾਅੱਲਾ ਉਹ ਚਲੇਗੀ ਦੁੱਧ ਤੇ। ਚਮੜੀ ਬਰੀਕ ਹੋਏਗੀ? ਬਰੀਕ ਚਮੜੀ ਹੋਵੇਗੀ। ਮੋਟੀ ਚਮੜੀ ਵਾਲੇ ਕੀ ਕਰਨਾ ਹੈ। ਠੀਕ ਹੈ। ਤੇ ਭਾਈ ਸਾਹਿਬ ਤੁਸੀਂ ਜ਼ਿਕਰ ਕੀਤਾ ਬੁਰੇਵਾਲ ਤੋਂ ਜਾਨਵਰ ਲੈ ਕੇ ਆਉਂਦੇ ਹੋ? ਜੀ ਅਸੀਂ ਬੁਰੇਵਾਲ ਤੋਂ ਮੰਗਵਾਉਂਦੇ ਹਾਂ। ਇਹ ਖੁਦ ਜਾਂਦੇ ਹੋ ਜਾਂ ਉੱਥੋਂ ਮੰਗਵਾਉਂਦੇ ਹੋ? ਨਹੀਂ, ਉੱਥੋਂ ਬੰਦੇ ਸੀ ਰੱਖੇ ਨੇ। ਬੰਦੇ ਰੱਖੇ ਨੇ? ਜੀ ਜੀ ਠੀਕ ਹੈ। ਇਹ ਦੱਸੋ ਕਿ ਮੈਂ ਜਿਹੜੀ ਏ ਉਹ ਮੰਡੀ ਵਿੱਚੋਂ ਬਿਹਤਰ ਮਿਲਦੀ ਹੈ ਜਾਂ ਫਿਰ ਟੁਰ ਕੇ ਬਿਹਤਰ ਮਿਲਦੀ ਹੈ? ਨਹੀਂ, ਉਹ ਫਿਰ ਟੁਰ ਕੇ ਚੱਕਾਂ ਦੀ ਮੱਝ ਠੀਕ ਮਿਲਦੀ ਹੈ। ਅੱਜ ਕੱਲ ਚੰਗੀ ਮੈਂ ਕਿੰਨੇ ਦੀ ਮਿਲ ਜਾਂਦੀ ਹੈ? ਚੰਗੀ ਮੱਝ ਅੱਜ ਕੱਲ ਤੇ ਰੇਟ ਸਸਤੇ ਨੇ, 2 ਤੋਂ ਅੰਦਰ ਹੀ ਮਿਲਦੀ ਹੈ। ਇਹ ਰੇਟ ਕਿਸ ਵਜ੍ਹਾ ਤੋਂ ਸਸਤੇ ਹੋਏ ਨੇ? ਸਰਦੀ ਹੈ ਤੇ ਇਸ ਵਾਸਤੇ ਸੁਬਾਹ ਜ਼ਿਆਦਾ ਵੇ ਤੇ ਰੇਟ ਘੱਟ ਨੇ। ਅੱਛਾ, ਯਾਨੀ ਸਰਦੀ ਦੀ ਵਜ੍ਹਾ ਤੋਂ ਰੇਟ ਕਮ ਹੋਏ ਨੇ? ਜੀ ਜੀ। ਵੈਸੇ ਮੱਝਾਂ ਦੇ ਰੇਟ ਵੀ 2.5 3 ਲੱਖ ਹੋ ਗਏ ਨੇ? ਹਾਂ ਹਾਂ ਹੁੰਦੇ ਨੇ। ਕੁਛ ਮੱਝਾਂ ਦਾ ਰੇਟ ਕਮ ਹੁੰਦਾ ਹੈ, ਕੁਛ ਦਾ ਜ਼ਿਆਦਾ ਹੁੰਦਾ ਹੈ। ਰੇਟ ਕਮ ਤੇ ਜ਼ਿਆਦਾ ਹੋਣ ਦੀ ਕੀ ਵਜ੍ਹਾ ਹੈ? ਬਸ ਕੁਆਲਿਟੀ ਹਿਸਾਬ ਦੀ ਹੈ ਨਾ। ਜਿਹੜੀ ਹਲਕੀ ਮੱਝ ਉਹਦਾ ਰੇਟ ਘੱਟ ਹੋਵੇਗਾ, ਜਿਹੜੀ ਅੱਛੀ ਮੱਝ ਉਹਦਾ ਰੇਟ ਜ਼ਿਆਦਾ ਹੋਵੇਗਾ। ਅੱਛਾ, ਯਾਨੀ ਉਹਦੀ ਨਸਲ ਤੇ ਡਿਪੈਂਡ ਕਰਦਾ, ਉਹਦੇ ਦੁੱਧ ਤੇ ਡਿਪੈਂਡ ਕਰਦਾ? ਜੀ ਜੀ ਬਿਲਕੁਲ। ਠੀਕ ਹੈ। ਭਾਈ ਸਾਹਿਬ ਤੁਸੀਂ 18 ਜਾਨਵਰਾਂ ਵਾਸਤੇ ਟੋਟਲ 18 ਜਾਨਵਰ ਹੀ ਨੇ ਨਾ? ਜੀ ਜੀ। 18 ਜਾਨਵਰਾਂ ਵਾਸਤੇ ਕਿੰਨੇ ਕਿੱਲੇ ਪੱਠੇ ਕਾਫੀ ਨੇ? 2 ਕਿੱਲੇ ਪੱਠੇ ਕਾਫੀ ਨੇ।
ਇਹ ਸਬਜ਼ ਚਾਰਾ। ਸਬਜ਼ ਚਾਰਾ। ਇਸ ਤੋਂ ਇਲਾਵਾ ਅਗਰ ਸਾਲ ਦਾ ਤੁਸੀਂ ਤੂੜੀ ਜਾਂ ਪਰਾਲੀ ਦਾ ਸਟਾਕ ਕਰਨਾ ਹੋਏ, ਹਾਂਜੀ, 18 ਜਾਨਵਰਾਂ ਵਾਸਤੇ ਕਿੰਨੀ ਤੂੜੀ ਤੇ ਕਿੰਨੀ ਪਰਾਲੀ ਚਾਹੀਦੀ ਹੈ? ਹਾਂ, ਪਰਾਲੀ 2 ਕਿੱਲੇ ਅਸੀਂ ਲੈਨੇ ਆ। ਹਾਂ, ਸਾਲ ਵਾਸਤੇ? ਸਾਲ ਵਾਸਤੇ। ਤੇ ਤੂੜੀ 2-3 ਮਹੀਨੇ ਹੁੰਦਾ ਹੈ। ਤੂੜੀ ਵੀ ਬਸ ਉਹ ਪੱਠੇ ਹਿਸਾਬ ਦਿੰਦਾ, ਪੱਠੇ ਦੀ ਸ਼ਾਟਿੰਗ ਹੋਵੇ ਤੇ ਫਿਰ ਤੂੜੀ ਜ਼ਿਆਦਾ ਇਸਤੇਮਾਲ ਹੁੰਦੀ ਹੈ। ਅਗਰ ਪੱਠਾ ਵਾਫਰ ਹੋਵੇ, ਪਾਣੀ ਸ਼ਾਨੀ ਬਰਸਾਤ ਘੱਟ ਹੋਵੇ ਤੇ ਫਿਰ ਜ਼ਿਆਦਾ ਇਸਤੇਮਾਲ ਹੁੰਦੀ ਹੈ। ਤੇ ਅੱਜ ਕੱਲ ਆਪਣੇ ਜਾਨਵਰਾਂ ਦੀ ਰੂਟੀਨ ਕੀ ਰੱਖੀ ਜੇ? ਇਹਨਾਂ ਨੂੰ ਰੋਜ਼ਾਨਾ ਚਾਰੇ 'ਚ ਵੰਡੇ 'ਚ ਕੀ ਖਿਲਾਉਂਦੇ ਹੋ? ਵੰਡੇ 'ਚ ਅਸੀਂ ਨੈਸ਼ਨਲ ਵਗੈਰਾ ਵੰਡਾ ਪਾ ਦਿੰਦੇ ਆ, ਫਲ ਫੁੱਲ ਵੀ ਪਾ ਦੇਈਏ। ਤੇ ਚਾਰਾ ਉਹ ਕੀ ਖਿਲਾਉਂਦੇ ਹੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਰੂਟੀਨ ਦਾ? ਚਾਰਾ ਅੱਜ ਕੱਲ ਪਰਾਲੀ ਤੇ ਤੂੜੀ ਮਿਕਸ ਹੁੰਦੀ ਹੈ, ਇਹਦੇ ਵਿੱਚ ਸਟਾਲਾ ਪਾ ਦਿੰਦੇ ਆ। ਇਹ ਇੱਕ ਜਾਨਵਰ ਕਿੰਨੀ ਪਰਾਲੀ, ਤੂੜੀ ਤੇ ਸਟਾਲਾ ਖਾਈ ਜਾਂਦਾ? ਤਕਰੀਬਨ 20 ਕਿਲੋ ਖੁਸ਼ਕ ਪੱਠੇ ਹੋਣ ਤੇ 20 ਕਿਲੋ ਦੂਸਰੇ ਹੋ ਜਾਣ। ਇਹ ਇੱਕ ਦਿਨ ਵਾਸਤੇ? ਇੱਕ ਦਿਨ ਵਾਸਤੇ ਕਾਫੀ ਨੇ। ਤੇ 20 ਕਿਲੋ ਖੁਸ਼ਕ ਤੇ 20 ਕਿਲੋ ਸਬਜ਼ ਚਾਰਾ, ਯਾਨੀ ਇੱਕ ਮਣ? ਜੀ ਜੀ, ਇੱਕ ਮਣ। ਤੇ ਵੰਡਾ ਕਿੰਨਾ ਇੱਕ ਜਾਨਵਰ ਨੂੰ? ਵੰਡਾ ਅਸੀਂ ਤਕਰੀਬਨ 4 ਕਿਲੋ ਪਾ ਰਹੇ ਹਾਂ। ਇਹ ਦੁੱਧ ਦੇਣ ਵਾਲੇ ਜਾਨਵਰ ਨੂੰ? ਦੁੱਧ ਦੇਣ ਵਾਲੇ। ਜਿਹੜੇ ਜਾਨਵਰ ਨੂੰ 4 ਕਿਲੋ ਵੰਡਾ ਪਾਉਂਦੇ ਹੋ ਉਹ ਕਿੰਨਾ ਦੁੱਧ ਦਿੰਦਾ ਹੈ? ਦੁੱਧ ਤਾਂ ਜਾਨਵਰ ਦੀ ਕੁਆਲਿਟੀ ਤੇ ਮੁਯੱਸਰ ਹੈ। ਉਹ 15 ਕਿਲੋ ਵੀ ਦੇ ਰਿਹਾ, 18 ਵੀ ਦੇ ਰਿਹਾ, ਉਹ ਕੋਈ 10 ਕਿਲੋ ਵਾਲਾ ਵੀ ਹੈ ਵਿੱਚ। ਅੱਛਾ, ਯਾਨੀ ਜਿਹੜੇ ਜਾਨਵਰ ਨੂੰ ਤੁਸੀਂ 4 ਕਿਲੋ ਵੰਡਾ ਦੇ ਰਹੇ ਹੋ ਉਹਦੇ ਵਿੱਚ ਵੀ ਦੁੱਧ 'ਚ ਅਪ ਡਾਊਨ ਨੇ? ਕੁਝ ਜਾਨਵਰ ਜ਼ਿਆਦਾ ਦਿੰਦੇ ਨੇ, ਕੁਝ ਕਮ ਦਿੰਦੇ ਨੇ। ਜੀ ਜੀ। ਇਹਦੀ ਕੀ ਵਜ੍ਹਾ ਹੈ, ਕਮ ਜਾਂ ਜ਼ਿਆਦਾ? ਉਹਨਾਂ ਦੇ ਸੂਏ 'ਚ ਦੇਰ ਹੋ ਗਈ ਹੈ ਜਾਂ ਨਸਲ ਦੀ ਵਜ੍ਹਾ ਤੋਂ? ਉਹ ਨਸਲ ਦੀ ਵਜ੍ਹਾ ਹੁੰਦੀ ਹੈ, ਜਾਨਵਰ ਦੀ ਕੁਆਲਿਟੀ ਹੁੰਦੀ ਹੈ, ਕੁਆਲਿਟੀ ਲਿਆ ਦੁੱਧ ਦੇ ਰਿਹਾ ਨਾ। ਠੀਕ ਹੈ। ਤੇ ਵੰਡਾ ਤੁਸੀਂ ਕੰਪਨੀ ਦਾ ਇਸਤੇਮਾਲ ਕਰਦੇ ਹੋ? ਵੰਡਾ ਅਸੀਂ ਕੰਪਨੀ ਦਾ ਇਸਤੇਮਾਲ ਕਰਨੇ ਆ। ਆਪਣਾ ਕੰਪਨੀ ਦਾ ਬਿਹਤਰ ਰਹਿੰਦਾ ਜਾਂ ਖੁਦ ਤਿਆਰ ਕਰੋ? ਵੰਡਾ ਤੇ ਖੁਦ ਤਿਆਰ ਕੀਤਾ ਛਾਂਦਾ ਹੈ। ਖੁਦ ਤੁਹਾਡੇ ਜ਼ਿਹਨ 'ਚ ਕੋਈ ਆਈਡੀਆ ਹੈ ਕਿ ਇਹ ਵੰਡਾ ਜਾਨਵਰ ਵਾਸਤੇ ਅੱਛਾ ਹੈ? ਅਗਰ ਹੈ ਤਾਂ ਨਾਜ਼ਰੀਨ ਮੇਰੇ ਨਾਲ ਸ਼ੇਅਰ ਕਰ ਦਿਓ। ਅੱਜ ਕੱਲ ਅਸੀਂ ਚੱਕੀ ਰੱਖੀ ਹੈ ਤੇ ਵੰਡਾ ਅਸੀਂ ਖੁਦ ਬਣਾ ਰਹੇ ਹਾਂ 2-3 ਦਿਨ ਤੋਂ। ਚੱਕੀ ਰੱਖੀ ਹੈ ਜੀ, ਮਕਈ, ਬਾਜਰਾ ਤੇ ਗੰਦਮ, ਇਹ 3 ਚੀਜ਼ਾਂ? 3 ਚੀਜ਼ਾਂ। ਇਹਨਾਂ ਨੂੰ ਚੱਕੀ ਵਿੱਚ ਪੀ ਲੈਂਦੇ ਹੋ? ਪੀ ਲੈਂਦੇ ਹਾਂ ਜੀ। ਅੱਛਾ, ਫਿਰ ਇਹਨਾਂ ਨੂੰ ਮਿਕਸ ਕਰ ਲੈਣਾ? ਮਿਕਸ ਕਰਕੇ ਉਹਨਾਂ ਨੂੰ ਪਾ ਦਿੰਦੇ ਹਾਂ। ਇਹ ਭੇ ਕੇ ਪਾਣਾ? ਨਹੀਂ, ਸੁੱਕਾ ਹੀ ਪਾ ਰਹੇ ਹਾਂ, ਅੱਜ ਕੱਲ ਸਰਦੀ ਹੈ ਨਾ। ਅੱਛਾ, ਸਰਦੀ ਵਿੱਚ ਸੁੱਕਾ ਜੀ ਜੀ। ਤੇ ਗਰਮੀ 'ਚ? ਗਰਮੀ 'ਚ ਭੇਜ ਵਿੱਚ ਨਾਲ ਕੌੜੀ ਖਲ ਪਾ ਦਿੱਤੀ। ਅੱਛਾ, ਹੁਣ ਤੁਸੀਂ ਪੱਠਿਆਂ ਦੇ ਉੱਤੇ ਹੀ ਸੁੱਟ ਦਿੰਦੇ ਹੋ? ਜੀ ਜੀ। ਭਾਈ ਸਾਹਿਬ, ਬੜਾ ਅਹਿਮ ਸਵਾਲ ਪੁੱਛਣ ਲੱਗਾ ਵਾਂ। ਇਹ ਦੱਸੋ, ਇੱਕ ਜਾਨਵਰ ਤੇ ਰੋਜ਼ਾਨਾ ਦਾ ਕਿੰਨਾ ਖਰਚਾ ਆ ਜਾਂਦਾ? ਜਾਨਵਰ ਤੇ ਖਰਚਾ ਤੁਸੀਂ ਕਰਨਾ ਆਪਣੀ ਤਾਕਤ ਦੇ ਮੁਤਾਬਕ ਜੀ। 300 ਰੁਪਇਆ ਕਾਫੀ ਜਾਨਵਰ ਵਾਸਤੇ। ਠੀਕ ਹੈ। ਅਗਰ ਜ਼ਮੀਨ ਆਪਣੀ ਨਾ ਹੋਏ, ਪੱਠੇ ਮੁੱਲਦੇ ਹੋਣ, ਫਿਰ ਕਿੰਨਾ ਕੁ? ਨਹੀਂ, ਫਿਰ ਹੀ 300 ਰੁਪਇਆ ਖਰਚਾ ਆਵੇ। ਅਗਰ ਜ਼ਮੀਨ ਆਪਣੀ ਹੈ ਫਿਰ ਤਾਂ ਖਰਚਾ ਸਿਰਫ ਵੰਡਿਆ ਤੋਂ ਹੋਣਾ ਨਾ। ਅੱਛਾ। ਪੱਠੇ ਘਰ ਦੇ ਨੇ, ਤੂੜੀ ਘਰ ਦੀ, ਪਰਾਲੀ ਘਰ ਦੀ ਹੈ ਜੀ, ਫਿਰ ਤਾਂ ਵੰਡਾ ਹੀ ਪਾਣਾ। ਬਿਹਤਰ ਹੋ ਗਿਆ। ਫਿਰ ਤੁਸੀਂ 100 ਰੁਪਏ ਜੀ ਭੁਗਤਾ ਸਕਦੇ ਜਾਨਵਰ ਨੂੰ। ਸਹੀ। ਤੇ ਮੈਂ ਸੁਣਿਆ ਕਿ ਜਿਹੜੀ ਪਰਾਲੀ ਹੁੰਦੀ ਹੈ ਉਹ ਜਾਨਵਰ ਵਾਸਤੇ ਇੰਨੀ ਅੱਛੀ ਨਹੀਂ ਹੁੰਦੀ, ਦੁੱਧ ਦੀ ਪੈਦਾਵਾਰ ਵੀ ਘਟ ਜਾਂਦੀ ਹੈ। ਇਹ ਗੱਲ 'ਚ ਕੋਈ ਹਕੀਕਤ, ਸੱਚਾਈ ਹੈ? ਨਹੀਂ, ਤੂੜੀ ਜਿਹੜੀ ਉਹ ਬਿਹਤਰ ਹੈ ਪਰਾਲੀ ਨਾਲੋਂ ਕਾਫੀ ਸਾਰੀ। ਅੱਛਾ, ਤੂੜੀ ਪਰਾਲੀ ਨਾਲੋਂ ਬਿਹਤਰ ਹੈ? ਜੀ ਜੀ। ਠੀਕ ਹੈ। ਭਾਈ ਸਾਹਿਬ, ਜਿਹੜੀ ਮੈਂ 300 ਰੁਪਇਆ ਖਾਂਦੀ ਹੈ ਰੋਜ਼ਾਨਾ ਦਾ, ਜੀ ਜੀ, ਉਹ ਆਪਣੇ ਮਾਲਕ ਨੂੰ ਕੀ ਦੇਈ ਜਾਂਦੀ ਹੈ? ਜਿਹੜੀ ਮੋਝ ਦੁੱਧ 10 ਕਿਲੋ ਦੇ ਰਹੀ ਹੈ ਉਹਦੇ 10,000 ਰੁਪਏ ਦੁੱਧ ਹੋ ਰਿਹਾ। 300 ਰੁਪਏ ਕੱਢ ਕੇ ਉਹ 700 ਬਚਤ ਹੋ ਰਹੀ ਹੈ। ਯਾਨੀ ਜਿਹੜੀ ਮੈਂ 300 ਖਾਂਦੀ ਹੈ ਉਹ 700 ਬਚਤ ਦੇਈ ਜਾਂਦੀ ਹੈ? ਜੀ ਜੀ। ਇੱਕ ਮੈਂ ਕਿੰਨੇ ਮਹੀਨੇ ਸਿੱਧਾ ਸਹੀ ਦੁੱਧ ਦਿੰਦੀ ਹੈ? ਜਿਹੜੀਆਂ ਮੱਝਾਂ ਅੱਛੀਆਂ ਨੇ ਨਾ, ਨੀਲੀ ਦੀਆਂ, ਆਲਾ ਕੁਆਲਿਟੀ ਦੀਆਂ ਨੇ, ਉਹ ਤੇ 10 ਮਹੀਨੇ 12 ਮਹੀਨੇ ਦੁੱਧ ਜਿਹੜਾ ਨਾ ਲਗਾਤਾਰ ਮਸਲਸਲ ਇੱਕ ਰੂਟੀਨ ਨਾਲ ਜਾਂਦੀਆਂ ਨੇ, ਉਸ ਤੋਂ ਬਾਅਦ ਘਟਦੀਆਂ ਨੇ। ਅੱਛਾ, ਯਾਨੀ ਉਹਨਾਂ ਦਾ ਜਿਹੜਾ ਦੁੱਧ ਦੇਣ ਦਾ ਪੀਰੀਅਡ ਹੈ ਉਹ ਅੱਛਾ ਹੈ ਤੇ ਦੁੱਧ ਦੀ ਪੈਦਾਵਾਰ ਵੀ ਅੱਛੀ ਹੈ? ਜੀ ਜੀ। ਜਿਹੜੀ ਮੈਂ ਦੁੱਧ ਘੱਟ ਦਿੰਦੀ ਹੈ ਉਹਦੀ ਖੁਰਾਕ ਕਿਸ ਤਰੀਕੇ ਦੀ ਕੀਤੀ ਜਾਏ ਕਿ ਉਹਦੀ ਜਿਹੜੀ ਦੁੱਧ ਦੀ ਪੈਦਾਵਾਰ ਹੈ ਉਹਦੇ 'ਚ ਇਜ਼ਾਫਾ ਹੋਈਏ? ਪਹਿਲੇ ਤਾਂ ਉਹਨਾਂ ਦੀ ਡਿਵਰਮਿੰਗ ਕੀਤੀ ਜਾਏ ਮੱਝਾਂ ਦੀ, ਉਹਨਾਂ ਨੂੰ ਦਵਾਈ ਪਿਲਾਈ ਜਾਏ, ਉਸ ਤੋਂ ਬਾਅਦ ਉਹਦੀ ਖੁਰਾਕ ਅੱਛੀ ਕੀਤੀ ਜਾਏ ਤੇ ਫਿਰ ਉਹ ਦੁੱਧ ਲਾਹਰੇ ਜਾ ਦੇਗੀ ਇਨਸ਼ਾਅੱਲਾ। ਅੱਛਾ, ਅੱਛੀ ਖੁਰਾਕ ਤੋਂ ਤੁਹਾਡੀ ਕੀ ਮੁਰਾਦ ਹੋਏਗੀ? ਹੁਣ ਦਲੀਆ ਪਾ ਦਿਓ ਤੁਸੀਂ, ਯਾਨੀ ਵੰਡਾ ਵੀ ਤੁਹਾਨੂੰ ਬਾਜ਼ਾਰੀ ਨਾਕਸ ਆ ਰਿਹਾ ਨਾ। ਅੱਛਾ। ਗੰਦਮ ਦਾ, ਮਕਈ ਦਾ, ਉਹ ਖੁਰਾਕ ਆ ਲਾਵੇ, ਉਹ ਜਦੋਂ ਖਾਏਗੀ ਫਿਰ ਦੁੱਧ ਇਨਸ਼ਾਅੱਲਾ ਅੱਛਾ ਦੇਗੀ। ਅੱਛਾ, ਯਾਨੀ ਕਿ ਤੁਸੀਂ ਕੋਸ਼ਿਸ਼ ਕਰੋ ਕਿ ਜਿਹੜਾ ਵੰਡਾ ਹੈ ਉਹ ਆਪਣਾ ਤਿਆਰ ਕੀਤਾ ਦਲੀਆ ਪਾ ਲਓ। ਜੀ ਜੀ। ਉਹ ਬਿਹਤਰ ਹੈ, ਡਿਵਰਮਿੰਗ ਕਰਾਓ। ਡਿਵਰਮਿੰਗ ਵਿੱਚ ਕਿਹੜੀ ਕਿਹੜੀ ਬਿਮਾਰੀ ਦਾ ਜਿਹੜਾ ਨਾ ਦਵਾਈ ਸ਼ਾਮਲ ਹੈ? ਉਹ ਜਾਨਵਰਾਂ ਦੇ ਪੇਟ 'ਚ ਨਾ ਕਿਰਮ ਪੈਦਾ ਹੋ ਜਾਂਦੇ ਨੇ, ਉਹਦਾ ਜਾਨਵਰ ਕਮਜ਼ੋਰ ਹੋ ਜਾਂਦੇ ਨੇ, ਦੁੱਧ ਦੀ ਐਵਰੇਜ ਘਟ ਜਾਂਦੀ ਹੈ। ਜੀ। ਜੇ ਦਵਾਈ ਦਿਓਗੇ ਉਹ ਕਿਰਮ ਖਤਮ ਹੋ ਜਾਣਗੇ, ਜਾਨਵਰ ਸਿਹਤਮੰਦ ਹੋਣਗੇ, ਉਹ ਦੁੱਧ ਇਨਸ਼ਾਅੱਲਾ ਜ਼ਿਆਦਾ ਦੇਣਗੇ। ਮਾਸ਼ਾਅੱਲਾ। ਇਸ ਟਾਈਮ ਤੁਹਾਡੇ ਫਾਰਮ ਤੇ ਕਿੰਨੇ ਜਾਨਵਰ ਦੁੱਧ ਦੇ ਰਹੇ ਨੇ? ਸਾਡੇ ਤੇ 17 ਦੁੱਧ ਦੇ ਰਹੇ ਨੇ, ਇੱਕ ਨਹੀਂ ਦੇ ਰਿਹਾ। ਅੱਛਾ, ਯਾਨੀ ਟੋਟਲ 18 ਨੇ, 17 ਦੇ ਰਹੇ ਨੇ? ਜੀ ਜੀ। 17 ਜਾਨਵਰਾਂ ਦਾ ਰੋਜ਼ਾਨਾ ਦਾ ਕਿੰਨਾ ਦੁੱਧ ਹੋ ਜਾਂਦਾ ਹੈ? ਦੁੱਧ ਤਕਰੀਬਨ 2.5 ਮਣ ਹੋ ਜਾਂਦਾ ਹੈ। ਇਹ ਇੱਕ ਟਾਈਮ ਦਾ ਜਾਂ 2 ਟਾਈਮ? ਨਹੀਂ, 2 ਟਾਈਮ ਦਾ। ਤਾਜ਼ੇ ਨੇ ਵਿੱਚ ਕੋਈ ਖੰਗੜੇ ਨੇ। ਅੱਛਾ, ਯਾਨੀ ਕੁਝ ਖੰਗੜੇ ਵੀ ਨੇ। ਤੇ ਦੁੱਧ ਦਾ ਰੇਟ ਕੀ ਹੈ ਸਭ? 100 ਰੁਪਇਆ। ਸੋ ਦੁੱਧ ਹੀ ਲੈ ਕੇ ਜਾਂਦਾ ਜਾਂ ਘਰਾਂ ਲਈ? ਨਹੀਂ, ਘਰਾਂ ਦੇ ਖੜਦੇ ਨੇ।
ਅੱਛਾ, ਦੁੱਧ ਦਾ ਰੇਟ 100 ਰੁਪਇਆ ਜੀ, ਹੈ। ਜੀ। ਇਹ ਮਿਕਸ ਜਾਂ ਮੱਝ ਦਾ? ਨਹੀਂ, ਮਿਕਸ ਸਾਰਾ। ਮਿਕਸ। ਤੇ ਆਈ ਸਾਹਿਬ 18 ਜਾਨਵਰਾਂ ਨੂੰ ਕਿੰਨੇ ਬੰਦੇ ਆਸਾਨੀ ਨਾਲ ਸੰਭਾਲ ਲੈਂਦੇ ਨੇ? ਸਾਡੇ ਕੋਲ 2 ਬੰਦੇ ਸੰਭਾਲ ਲੈਂਦੇ। 2 ਮੁਲਾਜ਼ਮ ਨੇ? ਜੀ ਜੀ। ਕੁਝ ਫਾਰਮਾਂ ਤੇ ਗਏ ਆ, ਉਹਨਾਂ ਨੂੰ ਮੁਲਾਜ਼ਮਾਂ ਦਾ ਵੀ ਬੜਾ ਜਿਹੜਾ ਨਾ ਸ਼ਿਕਾਇਤ ਹੁੰਦੀ ਹੈ ਕਿ ਮੁਲਾਜ਼ਮ ਟਿਕਦੇ ਜੀ, ਨਹੀਂ। ਜੀ। ਤੁਹਾਡੇ ਨਾਲ ਤੇ ਨਹੀਂ ਇਹ ਪਰੇਸ਼ਾਨੀ ਹੈ? ਹਾਂ, ਨਹੀਂ, ਇਨਸ਼ਾਅੱਲਾ ਕੋਈ ਨਹੀਂ। ਮੁਲਾਜ਼ਮ ਨੂੰ ਖੁਸ਼ ਰੱਖਣ ਦਾ ਕੀ ਗੋਰੇ? ਬਸ ਉਹਦਾ ਮੁਹੱਬਤ ਕਰੋ। ਯਾਨੀ ਕਿ ਮੁਲਾਜ਼ਮ ਚਾਹੁੰਦਾ ਕਿ ਮੇਰਾ ਮਾਲਕ ਮੁਹੱਬਤ ਕਰੇ। ਹਾਂ, ਬਿਲकुल। अच्छा खान पीन दियो, प्यार ना पेश आओ तो इंशाल्लाह वो खुश होएगा। ਠੀਕ। ਆਈ ਸਾਹਿਬ ਸਾਡਾ ਇੱਕ ਜਿਹੜਾ ਨਾ ਦੋਸਤ ਹੀ ਕਹਿ ਲੋ ਇੰਡੀਆ ਤੋਂ ਨੇ, ਸਿੱਖ ਭਾਈ ਨੇ, ਪ੍ਰੀਤ ਨਾਂ ਹੈ ਉਹਨਾਂ ਦਾ, ਮਾਸ਼ਾਅੱਲਾ ਬੜੇ ਪਿਆਰ ਵਾਲੇ ਨੇ। ਉਹ ਕਹਿੰਦੇ ਨੇ ਇੱਕ ਸਵਾਲ ਲਾਜ਼ਮੀ ਪੁੱਛਿਆ ਕਰੋ ਕਿ ਜਿਹੜੀ ਮੱਝ ਸੂਣ ਵਾਲੀ ਏ ਉਹਨੂੰ ਕੀ ਦੇਣਾ ਚਾਹੀਦਾ ਹੈ, ਇਹ ਦੱਸ ਦਿਓ। ਉਹਨੂੰ ਵੀ ਅੱਛੀ ਖੁਰਾਕ ਦਿਓ। ਇਹ ਘਿਓ ਜਾਂ ਤੇਲ ਵਗੈਰਾ ਦੇ ਦਿਓ ਮੌਸਮ ਦੇ ਨਾਲ। ਅਗਰ ਸਰਦੀ ਹੈ ਤਾਂ ਤੁਸੀਂ ਉਹਨੂੰ ਘਿਓ ਦੇ ਦਿਓ, ਗਰਮੀ ਹੈ ਤਾਂ ਤੁਸੀਂ ਉਹਨੂੰ ਤੇਲ ਦੇ ਦਿਓ ਸਰਸੋਂ ਦਾ। ਇਹ ਘਿਓ ਜਾਂ ਤੇਲ ਦੇਣ ਦਾ ਕੀ ਤਰੀਕਾ ਹੈ? ਵੰਡੇ 'ਚ ਮਿਕਸ ਕਰ ਦਿਓ, ਸਭ ਤੋਂ ਬਿਹਤਰੀਨ ਹੈ। ਅਥਰੂ ਨਹੀਂ ਲੱਗਦਾ ਜਾਨਵਰ ਨੂੰ। ਇਹ ਤੇਲ ਵੀ ਤੇ ਘਿਓ ਵੀ? ਜੀ ਜੀ ਬਿਲਕੁਲ। ਸੂਣ ਤੋਂ ਕਿੰਨੇ ਦਿਨ ਪਹਿਲੇ ਦੇਣਾ ਹੈ? 1 ਮਹੀਨਾ ਪਹਿਲੇ ਸ਼ੁਰੂ ਕਰ ਦਿਓ। ਤੇ ਕਿੰਨੇ ਕੁ ਕਿਲੋ ਨੂੰ ਜਿਹੜਾ ਨਾ ਤੇਲ ਜਾਂ ਘਿਓ ਦੇ ਹੜਨਾ ਚਾਹੀਦਾ? ਉਹਨੂੰ ਡੇਲੀ 1 ਪਾਓ ਦੇ ਦਿਓ। ਡੇਲੀ 1 ਪਾਓ? ਜੀ ਜੀ। ਬਿਹਤਰ ਹੋ ਗਿਆ। ਤੇ ਜਿਹੜੀ ਮੈਂ ਆਟਾ ਨਹੀਂ ਸੁੱਟਦੀ ਉਹਦਾ ਵੀ ਕੋਈ ਦੇਸੀ ਇਲਾਜ ਜਾਂ ਟੋਟਕਾ ਹੈ ਜੀ? ਉਹਨੂੰ ਅੱਜ ਕੱਲ੍ਹ ਅਲਸੀ ਵਗੈਰਾ ਦੀ ਖੀਰ ਬਣਾ ਕੇ ਪਾਓ, ਅਲਸੀ ਤੇ ਗੁੜ। ਇਹ ਸਰਦੀਆਂ ਵਿੱਚ? ਸਰਦੀਆਂ 'ਚ ਉਹ ਇਨਸ਼ਾਅੱਲਾ ਆਟਾ ਸੁੱਟੇਗੀ ਔਰ ਦੁੱਧ ਵੀ ਦੇ ਦੇਗੀ। ਸਰ ਮਾਸ਼ਾਅੱਲਾ ਬੜਾ ਅੱਛਾ ਤੁਸੀਂ ਦੱਸਣ ਲੱਗੇ ਹੋ ਦੇਸੀ ਟੋਟਕਾ। ਜ਼ਰਾ ਵਜ਼ਾਹਤ ਵਿੱਚ ਦੱਸਣਾ ਹੈ। ਜੀ। ਅਲਸੀ ਦੀ ਤੇ ਘਿਓ ਦੀ ਕਿਹਾ ਜੇ ਗੁੜ ਦੀ ਖੀਰ? ਜੀ ਜੀ। ਕਿੰਨੀ ਅਲਸੀ ਲੈਣੀ, ਕਿੰਨਾ ਗੁੜ ਲੈਣਾ ਤੇ ਤਿਆਰ ਕਿੰਜ ਕਰਨਾ ਹੈ ਇਹ ਦੱਸ ਉਹ ਦਿਓ। ਜਨਾਬ ਅੱਧਾ ਕਿਲੋ ਅਲਸੀ ਹੋਈਏ ਤੇ ਅੱਧਾ ਕਿਲੋ ਗੁੜ ਹੋਈਏ, ਬਈ 2 ਕਿਲੋ ਪਾਣੀ ਪਾ ਕੇ ਤੇ ਉਹਦੀ ਖੀਰ ਬਣ ਜਾਏ। ਉਹ ਠੰਡੀ ਹੋ ਜਾਏ ਤਾਂ ਮੱਝ ਦੇ ਅੱਗੇ ਰੱਖੋ, ਆਪੀ ਇਨਸ਼ਾਅੱਲਾ ਖਾ ਜਾਏਗੀ। ਜ਼ਬਰਦਸਤ ਹੋ ਗਿਆ। ਭਾਈ ਸਾਹਿਬ ਮਾਸ਼ਾਅੱਲਾ ਤੁਸੀਂ ਬੜੀਆਂ ਕੀਮਤੀ ਗੱਲਾਂ ਦੱਸੀਆਂ ਨੇ। ਕੋਈ ਐਸਾ ਅਹਿਮ ਸਵਾਲ ਜਿਹੜਾ ਰਹਿ ਗਿਆ ਹੋਇਆ ਮੈਂ ਨਹੀਂ ਪੁੱਛਿਆ, ਉਹ ਵੀ ਮੇਰੇ ਨਾਜ਼ਰੀਨ ਨੂੰ ਦੱਸ ਦਿਓ ਤੁਹਾਡੇ ਕਾਰੋਬਾਰ ਦੇ ਮੁਤਲਕ। ਹਾਂ ਨਹੀਂ ਠੀਕ ਹੈ, ਬਸ ਹੋ ਗਿਆ ਮੁਕੰਮਲ। ਠੀਕ ਹੈ। ਆਖਰ ਤੇ ਜਿਹੜੇ ਭਾਈ ਆ ਵੀਡੀਓ ਵੇਖਦੇ ਨੇ ਪਏ, ਉਹ ਇਹ ਕੰਮ ਕਰਨ ਦੇ ਖਵਾਹਿਸ਼ਮੰਦ ਨੇ, ਤੁਸੀਂ ਉਹਨਾਂ ਨੂੰ ਕੀ ਮਸ਼ਵਰਾ ਦਿਓਗੇ? ਮੁਹਲਸ ਜਿਹਾ ਮਸ਼ਵਰਾ ਦੇ ਦਿਓ। ਹਾਂ ਨਹੀਂ, ਕੰਮ ਕਰਨਾ ਚਾਹੀਦਾ, ਕੰਮ ਬਿਹਤਰੀਨ ਹੈ, ਅੱਛਾ ਕੰਮ ਹੈ, ਫਾयदेमंद है इंशाल्लाह। ਜੀ ਭਾਈ ਸਾਹਿਬ। ਅੱਛਾ ਇੱਕ ਗੱਲ ਹੋਰ ਯਾਦ ਆ ਗਈ, ਅਗਰ ਕੋਈ ਬੰਦਾ ਅੱਛੀ ਮੈਂ ਲੈਣਾ ਚਾਹੁੰਦਾ ਹੈ ਜੀ, ਜੀ। ਤੇ ਤੁਹਾਡੇ ਨਾਲ ਰਾਬਤਾ ਕਰ ਸਕਦਾ ਹੈ? हाँ इंशाल्लाह। ਇਹ ਤੁਹਾਡਾ ਮੈਂ ਫੋਨ ਨੰਬਰ ਸਕਰੀਨ ਤੇ ਦੇ ਦਾਂਗਾ। जी जी बिल्कुल दे दो जनाब। ਜੀ ਭਾਈ ਸਾਹਿਬ ਬਹੁਤ ਸ਼ੁਕਰੀਆ। ਅੱਲਾ ਹਾਫਿਜ਼।